ਹਾਂਜੀ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਚ। ਅਤੇ ਬੇਟਾ ਅੱਜ ਆਪਾਂ 11ਵੀਂ ਵਾਲੇ ਜਿਹੜਾ ਮੁਹਾਵਰੇ ਆ ਉਹ ਕਰਨ ਲੱਗੇ ਹਾਂ। ਇਹਦੇ ਵਿੱਚ ਦੇਖੋ ਤੁਸੀਂ, ਤੁਹਾਨੂੰ 33 ਤੋਂ ਲੈ ਕੇ 55 ਤੱਕ ਦੇ ਮੁਹਾਵਰੇ ਆ, ਠੀਕ ਹੈ। ਅੱਜ ਆਪਾਂ ਸ਼ੁਰੂ ਕਰਨ ਲੱਗੇ 33ਵਾਂ ਮੁਹਾਵਰਾ। ਮੁਹਾਵਰੇ ਬੇਸਿਕਲੀ ਕੀ ਹੁੰਦੇ ਆ ਕਿ ਛੋਟੀ ਮਤਲਬ ਵੱਡੀ ਗੱਲ ਨੂੰ ਛੋਟੇ ਸ਼ਬਦਾਂ ਵਿੱਚ ਕਹਿ ਦੇਣਾ, ਠੀਕ ਹੈ। ਸੰਖੇਪ ਵਿੱਚ ਕਹਿ ਦੇਣਾ ਬਹੁਤ ਵੱਡੇ ਗੱਲ ਨੂੰ, ਅਤੇ ਇਹਦੇ ਨਾਲ ਤੁਹਾਡਾ ਗਿਆਨ ਦਾ ਵਾਧਾ ਹੁੰਦਾ। ਤੁਹਾਨੂੰ ਜਿਹੜਾ ਭਾਸ਼ਾ ਦੇ ਅੰਦਰ ਇੰਨੇ ਬਾਖੂਬੀ ਸ਼ਬਦਾਂ ਨੂੰ ਥੋੜ੍ਹੇ ਜਿਹੇ ਸ਼ਬਦਾਂ ਰਾਹੀਂ ਪੇਸ਼ ਕਰ ਦਿੱਤਾ ਜਾਂਦਾ, ਉਹਦੀ ਜਾਣਕਾਰੀ ਦਿੱਤੀ ਜਾਂਦੀ ਹੈ। ਅਤੇ ਤੁਸੀਂ ਮੇਨ ਤੁਹਾਨੂੰ ਮੋਟਿਵ ਕੀ ਹੈ ਤੁਹਾਨੂੰ ਮੁਹਾਵਰੇ ਦੱਸਣ ਦਾ, ਕਿ ਦੇਖੋ ਤੁਹਾਡੀ ਪੰਜਾਬੀ ਭਾਸ਼ਾ ਕਿੱਡੀ ਵਿਸ਼ਾਲ ਆ ਕਿ ਇੰਨੇ ਸਾਰੇ ਸ਼ਬਦਾਂ ਨੂੰ 2 ਸ਼ਬਦਾਂ ਦੇ ਵਿੱਚ ਬਿਆਨ ਕਰ ਦਿੱਤਾ ਗਿਆ, ਠੀਕ ਹੈ। ਅਤੇ ਆਪਾਂ ਹੁਣ ਅੱਜ 33ਵਾਂ ਮੁਹਾਵਰਾ ਸ਼ੁਰੂ ਕਰਦੇ ਹਾਂ। ਪਹਿਲਾ ਹੈਗਾ ਜੀ ਇਹਦੇ ਵਿੱਚ 33ਵਾਂ, ਗੱਚ ਹੋਣਾ। ਗੱਚ ਹੋਣਾ ਮਤਲਬ ਬਿਲਕੁਲ ਗਿੱਲਾ ਹੋ ਜਾਣਾ। ਜਦ ਪਾਣੀ ਨਾਲ ਬਿਲਕੁਲ ਚੀਜ਼ ਭਿੱਜ ਜਾਂਦੀ ਹੈ, ਬਿਲਕੁਲ ਗਿੱਲੀ ਹੋ ਜਾਂਦੀ ਹੈ, ਉਦੋਂ ਮੁਹਾਵਰਾ ਵਰਤਿਆ ਜਾਂਦਾ ਗੱਚ ਹੋਣਾ। ਕੱਲ੍ਹ ਸਕੂਲੋਂ ਛੁੱਟੀ ਹੋਣ ਵੇਲੇ ਇੰਨਾ ਤੇਜ਼ ਮੀਂਹ ਆਇਆ ਕਿ ਘਰ ਤੱਕ ਪਹੁੰਚਦਿਆਂ ਸਾਰੇ ਕੱਪੜੇ ਗੱਚ ਹੋ ਗਏ, ਠੀਕ ਹੈ ਜੀ। ਅੱਗੇ ਹੈਗਾ ਜੀ 34ਵਾਂ, ਗੱਚ ਭਰ ਆਉਣਾ। ਜਦ ਦਿਲ ਭਰ ਆਉਣਾ, ਜਦ ਬੰਦੇ ਨੂੰ ਰੋਣ ਦਾ ਮਨ ਹੋਵੇ, ਉਦੋਂ ਮਤਲਬ ਜਦ ਬੰਦਾ ਕੋਈ ਭਾਵੁਕ ਹੋ ਜੇ, ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਦੇਖੋ ਇਹਦੇ 'ਚ ਕੀ ਇਹਨਾਂ ਨੇ ਵਾਕ ਬਣਾਇਆ ਹੋਇਆ, ਪੜ੍ਹਨ ਦੀ ਉਮਰ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਮਜ਼ਦੂਰੀ ਕਰਦਿਆਂ ਵੇਖ ਕੇ ਮੱਲੋ ਮੱਲੀ ਗੱਚ ਭਰ ਆਉਂਦਾ ਹੈ। ਕੇਦਾਰ ਵਿੱਚ ਹੋਈ ਤਬਾਹੀ ਦੀਆਂ ਤਸਵੀਰਾਂ ਟੈਲੀਵਿਜ਼ਨ 'ਤੇ ਵੇਖ ਕੇ ਮੇਰਾ ਗੱਚ ਭਰ ਆਇਆ, ਠੀਕ ਹੈ। ਇਹਨਾਂ ਵਿੱਚੋਂ ਤੁਸੀਂ ਕੋਈ ਵੀ ਵਾਕ ਬਣਾ ਸਕਦੇ ਹੋ। ਅੱਗੇ ਹੈ ਜੀ ਗਲ ਪੰਜਾਲੀ ਪਾ ਦੇਣਾ। ਪੰਜਾਲੀ ਕੀ ਹੁੰਦੀ ਆ ਬੇਟਾ, ਜਿਹੜੀ ਬਲਦਾਂ ਦੇ ਜਦ ਬਲਦ ਹਲ ਵਾਹ ਰਹੇ ਹੁੰਦੇ ਆ ਨਾ, ਉਹਨਾਂ ਦੇ ਗਲ ਵਿੱਚ ਜਿਹੜਾ ਇੱਕ ਤੁਸੀਂ ਸੰਦ ਕਹਿ ਲਓ ਉਹਨੂੰ, ਸੰਦ ਪਾਇਆ ਹੁੰਦਾ ਉਹਦੇ ਗਲ ਦੇ ਵਿੱਚ, ਇੱਕ ਸਕੰਜਾ ਜਿਹਾ ਹੁੰਦਾ, ਉਹਨੂੰ ਪੰਜਾਲੀ ਕਿਹਾ ਜਾਂਦਾ, ਠੀਕ ਹੈ। ਗਲ ਪੰਜਾਲੀ ਪਾ ਦੇਣਾ, ਜੰਜਾਲ ਵਿੱਚ ਫਸਾ ਦੇਣਾ। ਬਿੱਟੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ, ਉਸ ਨੂੰ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹੀ ਹੋਣ ਦਿਓ। ਛੋਟੀ ਉਮਰ ਵਿੱਚ ਵਿਆਹ ਕਰਕੇ ਉਸਦੇ ਗਲ ਪੰਜਾਲੀ ਨਾ ਪਾਓ। ਬਿੱਟੂ ਦੀ ਅਧਿਆਪਕ ਨੇ ਉਸਦੇ ਮਾਤਾ ਜੀ ਨੂੰ ਸਮਝਾਇਆ, ਠੀਕ ਹੈ ਜੀ। ਇਹ ਹੋ ਗਏ 35 ਮੁਹਾਵਰੇ। 36ਵਾਂ ਹੈ ਜੀ ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋਣਾ। ਕੋਈ ਸਤਿਕਾਰ ਨਾ ਹੋਣਾ, ਜਦ ਕਿਸੇ ਬੰਦੇ ਦਾ ਕੋਈ ਸਤਿਕਾਰ ਨਹੀਂ ਹੁੰਦਾ ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ ਕਿ ਗਲੀਆਂ ਦੇ ਕੱਖਾਂ ਨਾਲੋਂ ਹੌਲੇ ਹੋਣਾ। ਗਰੀਬ ਦਾਸ ਦਾ ਰਿਸ਼ਵਤ ਵਿੱਚ ਕਮਾਇਆ ਧਨ ਖਤਮ ਹੋ ਗਿਆ, ਹੁਣ ਉਸਦੀ ਕੋਈ ਨਹੀਂ ਪੁੱਛਦਾ, ਉਸਨੂੰ ਕੋਈ ਨਹੀਂ ਪੁੱਛਦਾ, ਉਸਦੀ ਹਾਲਤ ਤਾਂ ਗਲੀਆਂ ਦੇ ਕੱਖਾਂ ਨਾਲੋਂ ਵੀ ਹੌਲੀ ਹੋ ਗਈ ਹੈ, ਠੀਕ ਹੈ ਜੀ। ਅੱਗੇ ਹੈ ਜੀ 37ਵਾਂ ਮੁਹਾਵਰਾ, ਘਿਓ ਸ਼ੱਕਰ ਹੋਣਾ। ਘਿਓ ਸ਼ੱਕਰ ਹੋਣਾ ਬੇਟਾ ਕਦ ਮਤਲਬ ਜਾਂਦਾ, ਜਦ ਮਤਲਬ ਇੱਕ ਦੂਜੇ ਵਿੱਚ ਮਿਲ ਜਾਣਾ ਬਿਲਕੁਲ। ਜਦ ਆਪਾਂ ਘਿਓ ਸ਼ੱਕਰ ਮਿਲਾ ਕੇ ਖਾਂਦੇ ਹਾਂ, ਦੇਖਿਆ ਤੁਸੀਂ ਵੀ ਨਾ ਤਾਂ ਉਹਦੇ ਵਿੱਚ ਘਿਓ ਲੱਭਦਾ ਹੀ ਨਹੀਂ, ਇੰਨਾ ਘਿਓ ਦੇ ਵਿੱਚ ਘਿਓ ਜਿਹੜਾ ਸ਼ੱਕਰ ਵਿੱਚ ਇੰਨਾ ਘੁਲ ਮਿਲ ਜਾਂਦਾ ਆ ਕਿ ਉਹਨੂੰ ਵੱਖ ਕਰਨਾ ਮੁਸ਼ਕਿਲ ਹੋ ਜਾਂਦਾ, ਠੀਕ ਆ। ਇਹਦਾ ਹੈ ਅਰਥ ਆਪਸ ਵਿੱਚ ਘੁਲ ਮਿਲ ਜਾਣਾ, ਠੀਕ ਹੈ ਜੀ। ਸੋਨੀਆ ਅਤੇ ਉਸਦੀ ਭਰਜਾਈ ਦੋਵੇਂ ਇੰਨਾ ਘਿਓ ਸ਼ੱਕਰ ਹੋ ਕੇ ਰਹਿੰਦੀਆਂ ਹਨ ਕਿ ਵੇਖਣ ਵਾਲੇ ਦੋਹਾਂ ਨੂੰ ਸਕੀਆਂ ਭੈਣਾਂ ਸਮਝਦੇ ਹਨ, ਠੀਕ ਹੈ। ਨਨਾਣ ਅਤੇ ਭਰਜਾਈ ਇੰਨੇ ਪਿਆਰ ਨਾਲ ਰਹਿੰਦੀਆਂ ਨੇ ਕਿ ਜਿਹਨਾਂ ਵੇਖਣ ਵਾਲਿਆਂ ਨੂੰ ਲੱਗਦਾ ਕਿ ਉਹ ਸਕੀਆਂ ਭੈਣਾਂ ਨੇ, ਠੀਕ ਹੈ। ਇੰਨਾ ਘਿਓ ਸ਼ੱਕਰ ਹੋ ਕੇ ਰਹਿੰਦੀਆਂ। ਅੱਗੇ ਹੈ ਜੀ ਚਮਟ ਕਰ ਜਾਣਾ, ਚਟਮ ਕਰ ਜਾਣਾ, ਠੀਕ ਹੈ ਬੇਟਾ। ਕੋਈ ਚੀਜ਼ ਸਾਰੀ ਖਾ ਜਾਣਾ। ਮੇਰੇ ਮਾਤਾ ਜੀ ਨੇ ਹੋਸਟਲ ਰਹਿੰਦੀ ਮੇਰੀ ਭੈਣ ਪ੍ਰਭਜੋਤ ਨੂੰ ਕਾਫੀ ਸਾਰੀਆਂ ਖੋਏ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ। ਉਸ ਦੀਆਂ ਸਹੇਲੀਆਂ ਨੇ ਸਾਰੀਆਂ ਪਿੰਨੀਆਂ 2 ਦਿਨ ਵਿੱਚ ਚਟਮ ਕਰ ਦਿੱਤੀਆਂ, ਠੀਕ ਹੈ। ਚਟਮ ਕਰ ਦਿੱਤੀਆਂ ਮਤਲਬ ਸਾਰੀਆਂ ਖਾ ਗਏ, ਠੀਕ ਹੈ, ਉਹ ਕੁਛ ਕੁ ਦਿਨਾਂ ਦੇ ਵਿੱਚ ਹੀ, ਕਿਉਂਕਿ ਉਹਨਾਂ ਨੂੰ ਟੇਸਟੀ ਲੱਗੀਆਂ ਹੋਣੀਆਂ ਅਤੇ ਉਹਨਾਂ ਨੇ ਖਾ ਕੇ ਖ਼ਤਮ ਕਰ ਦਿੱਤੀਆਂ। ਅੱਗੇ ਹੈ ਜੀ ਚਿੱਕੜ ਵਿੱਚ ਕਮਲ ਹੋਣਾ। ਬੇਦਾਗ ਸ਼ਖਸੀਅਤ, ਸੁਘੜ ਮਨੁੱਖ ਹੋਣਾ, ਮਾਮੂਲੀ ਥਾਂ 'ਤੇ ਚੰਗੀ ਚੀਜ਼ ਦਾ ਹੋਣਾ, ਠੀਕ ਹੈ। ਕਿ ਮਤਲਬ ਦੇਖੋ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਕਿੰਨਾ ਵੇਖਣ 'ਚ ਸੋਹਣਾ ਹੁੰਦਾ ਅਤੇ ਉਹ ਖਿਲਦਾ ਕਿੱਥੇ ਆ, ਚਿੱਕੜ 'ਚ। ਮਤਲਬ ਮਾਮੂਲੀ ਜਿਹੀ ਥਾਂ ਦੇ ਉੱਤੇ ਕੋਈ ਚੰਗੀ ਸ਼ਖਸੀਅਤ ਦਾ ਹੋਣਾ, ਠੀਕ ਆ। ਉੱਘੇ ਸਾਹਿਤਕਾਰ, ਪੱਤਰਕਾਰ ਅਤੇ ਸਮਾਜ ਸੁਧਾਰ ਗਿਆਨੀ ਦਿੱਤ ਸਿੰਘ ਆਪਣੇ ਇਹਨਾਂ ਗੁਣਾਂ ਕਾਰਨ ਹੀ ਜਿਵੇਂ ਚਿੱਕੜ ਵਿੱਚ ਉੱਘੇ ਕਮਲ ਵਾਂਗ ਸਨ, ਠੀਕ ਹੈ ਜੀ। ਅੱਗੇ ਹੈ ਜੀ ਚਿੜੀ ਨਾ ਫਟਕਣਾ, ਮਤਲਬ ਬਿਲਕੁਲ ਸ਼ਾਂਤੀ ਹੋਣਾ, ਜਿੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਆਵਾਜ਼ ਨਾ ਆਉਣਾ ਅਤੇ ਕੋਈ ਨੇੜੇ ਨਾ ਆਉਣਾ, ਠੀਕ ਹੈ। ਮਤਲਬ ਕਿਸੇ ਨੂੰ ਨਾ ਫਟਕਣ ਦੇਣਾ ਨੇੜੇ ਤੇੜੇ। ਪ੍ਰੀਖਿਆ ਬੋਰਡ ਪ੍ਰੀਖਿਆਵਾਂ ਲਈ ਕੇਂਦਰ ਬਣੀ ਇਸ ਸਕੂਲ ਦੇ ਇਮਾਰਤ ਨੇੜੇ ਪ੍ਰੀਖਿਆ ਸਮੇਂ ਦੌਰਾਨ ਚਿੜੀ ਵੀ ਨਹੀਂ ਫਟਕਣੀ। ਕੇਂਦਰ ਸੁਪਰਡੈਂਟ ਬਲਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਹੋਇਆ ਕਿਹਾ, ਠੀਕ ਹੈ ਜੀ, ਕਿ ਜਦ ਤੁਹਾਡੀ ਪ੍ਰੀਖਿਆ ਹੋਏਗੀ ਅਤੇ ਇੱਥੇ ਚਿੜੀ ਵੀ ਨਹੀਂ ਫਟਕੇਗੀ, ਮਤਲਬ ਇੱਥੇ ਨੇੜੇ ਤੇੜੇ ਇੰਨੀ ਸ਼ਾਂਤੀ ਹੋਏਗੀ ਕਿ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਏਗਾ। ਅੱਗੇ ਹੈ ਜੀ ਢਿੱਲੀ ਹੋਣਾ। ਢਿੱਲੀ ਹੋਣਾ ਮਤਲਬ ਹੈ ਕਿ ਤਬੀਅਤ ਖਰਾਬ ਹੋਣਾ। ਜਦ ਆਪਾਂ ਨੂੰ ਕੋਈ ਬੁਖਾਰ ਵਗੈਰਾ ਚੜ੍ਹ ਜਾਂਦਾ, ਆਪਾਂ ਕਹਿੰਦੇ ਨਾ ਵੀ ਥੋੜ੍ਹਾ ਢਿੱਲਾ ਜਿਹਾ ਮਹਿਸੂਸ ਹੋ ਰਿਹਾ ਬੋਡੀ, ਉਦੋਂ ਹੀ ਇਹ ਬੇਟਾ ਮੁਹਾਵਰਾ ਵਰਤਿਆ ਜਾਂਦਾ। ਸਾਨੀਆ ਨਾ ਹਰੀਆਂ ਸਬਜ਼ੀਆਂ ਖਾਂਦੀ ਹੈ ਅਤੇ ਨਾ ਹੀ ਫਲ ਖਾਣੇ ਪਸੰਦ ਕਰਦੀ ਹੈ, ਬਸ ਨਿਊਡਲ ਅਤੇ ਬਰਗਰ ਖਾਣੇ ਹੀ ਉਸਨੂੰ ਚੰਗੇ ਲੱਗਦੇ ਹਨ, ਤਾਂ ਹੀ ਤਾਂ ਉਹ ਹਰ ਰੋਜ਼ ਢਿੱਲੀ ਰਹਿੰਦੀ ਹੈ, ਠੀਕ ਹੈ। ਢਿੱਲੀ ਰਹਿਣ ਦਾ ਮਤਲਬ ਕਿ ਬੁਖਾਰ ਜਿੱਦਾਂ ਫੀਲ ਹੋਣਾ, ਤਬੀਅਤ ਸਹੀ ਨਾ ਫੀਲ ਹੋਣਾ, ਠੀਕ ਹੈ ਜੀ। ਅੱਗੇ ਹੈ ਜੀ ਛੱਤ ਸਿਰ 'ਤੇ ਚੁੱਕ ਲੈਣੀ।
ਜਦ ਮਤਲਬ ਬਹੁਤ ਜ਼ਿਆਦਾ ਰੌਲਾ ਪਾਉਂਦਾ ਜਾਂ ਉੱਚੀ ਉੱਚੀ ਆਵਾਜ਼ ਆਉਂਦੀ ਆ, ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ, ਛੱਤ ਸਿਰ 'ਤੇ ਚੁੱਕ ਲੈਣੀ। ਘੰਟੀ ਵੱਜਣ 'ਤੇ ਅਧਿਆਪਕ ਜੀ ਨੂੰ ਇੱਕ ਸ਼੍ਰੇਣੀ ਤੋਂ ਦੂਜੀ ਸ਼੍ਰੇਣੀ ਦੇ ਕਮਰੇ ਤੱਕ ਪਹੁੰਚਦਿਆਂ ਮਸਾਂ 2-3 ਮਿੰਟ ਲੱਗੇ ਹਨ, ਪਰ ਇੰਨੀ ਦੇਰ ਵਿੱਚ ਸ਼ਰਾਰਤੀ ਬੱਚੇ ਛੱਤ ਸਿਰ 'ਤੇ ਚੁੱਕ ਲੈਂਦੇ ਹਨ। ਠੀਕ ਹੈ, ਜਿੱਦਾਂ ਕਲਾਸਰੂਮ ਦੇ ਵਿੱਚ 2 ਮਿੰਟ ਵੀ ਟੀਚਰ ਕਲਾਸ ਵਿੱਚ ਨਾ ਆਵੇ ਅਤੇ ਬੱਚੇ ਛੱਤ 'ਤੇ ਚੱਕ ਲੈਂਦੇ ਆ। ਠੀਕ ਹੈ, ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ, ਮਤਲਬ ਬਹੁਤ ਜ਼ਿਆਦਾ ਰੌਲਾ ਮਚਾਉਣ ਲੱਗ ਜਾਂਦੇ ਆ ਬੱਚੇ। ਅੱਗੇ ਹੈ ਜੀ ਛਾਈ ਮਾਈ ਹੋਣਾ, ਮਤਲਬ ਲੁੱਕ ਜਾਣਾ, ਲੁੱਕ ਛਿਪ ਜਾਣਾ। ਠੀਕ ਹੈ ਜੀ, ਜਿਉਂ ਹੀ ਬਿੱਲੀ ਨੇ ਮਿਆਉਂ ਮਿਆਉਂ ਕੀਤਾ, ਚੂਹਾ ਸਕਿੰਟਾਂ ਵਿੱਚ ਛਾਈ ਮਾਈ ਹੋ ਗਿਆ, ਕਿਉਂਕਿ ਉਹ ਬਿੱਲੀ ਤੋਂ ਡਰਦਾ ਹੈ। ਠੀਕ ਹੈ, ਤੁਹਾਨੂੰ ਇਹ ਤਾਂ ਚੀਜ਼ ਪਤਾ ਹੀ ਹੈ, ਇਸ ਕਰਕੇ ਉਹ ਛਾਈ ਮਾਈ ਹੋ ਗਿਆ। ਅੱਗੇ ਹੈ ਜੀ ਛਿੱਤਰ ਖੜੋਸਾ ਖਸੌੜਾ ਹੋਣਾ, ਛਿੱਤਰ ਖੜੋਸਾ ਹੋਣਾ, ਆਪਸ ਵਿੱਚ ਲੜਨਾ। ਆਪਣੀ ਜਾਇਦਾਦ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਜਿਉਂਦੇ ਜੀ ਹੀ ਵੰਡ ਦੇਣੀ ਚਾਹੀਦੀ ਹੈ, ਨਹੀਂ ਤਾਂ ਬਾਅਦ ਵਿੱਚ ਬੱਚੇ ਆਪਸ ਵਿੱਚ ਛਿੱਤਰ ਖੋਸੜਾ ਹੁੰਦੇ ਰਹਿੰਦੇ ਹਨ, ਮਤਲਬ ਕਿ ਆਪਸ ਵਿੱਚ ਲੜਦੇ ਰਹਿੰਦੇ ਹਨ। ਠੀਕ ਹੈ ਜੀ, ਅੱਗੇ ਦਾ ਦੂਸਰਾ ਮੁਹਾਵਰਾ ਵੀ ਇੱਕ ਬਣਾਇਆ ਹੋਇਆ ਇਹਨਾਂ ਨੇ ਵਾਕ ਮੁਹਾਵਰੇ ਦਾ। ਸੁਰਿੰਦਰ ਸਿੰਘ ਸੁਭਾਅ ਦਾ ਬਹੁਤ ਕੌੜਾ ਹੈ, ਅੱਗੋਂ ਉਸਦਾ ਗੁਆਂਢੀ ਦੇਵਰਾਜ ਵੀ ਘੱਟ ਨਹੀਂ, ਦੋਵੇਂ ਆਪਸ ਵਿੱਚ ਛਿੱਤਰ ਖੋਸੜਾ ਹੁੰਦੇ ਰਹਿੰਦੇ ਹਨ। ਠੀਕ ਹੈ ਜੀ, ਅੱਗੇ ਹੈ ਜੀ ਜੱਸ ਦਾ ਟਿੱਕਾ ਲੈਣਾ, ਮਤਲਬ ਵਡਿਆਈ ਮਿਲਣਾ। ਅਗਰ ਕੋਈ ਇਮਾਨਦਾਰ, ਜਿੱਦਾਂ ਇੱਥੇ ਮੁਹਾਵਰਾ ਬਣਾਇਆ, ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਜੱਸ ਦਾ ਟਿੱਕਾ ਮਿਲਦਾ ਹੈ। ਠੀਕ ਹੈ ਜੀ, ਮਤਲਬ ਹਮੇਸ਼ਾ ਸਾਨੂੰ ਜੱਸ ਦਾ ਟਿੱਕਾ ਲੈਣ ਲਈ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਮਾਨਦਾਰੀ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਅੱਗੇ ਹੈ ਜੀ ਜ਼ਮੀਨ ਅਸਮਾਨ ਦੇ ਕਲਾਵੇ ਮੇਲ ਦੇਣੇ, ਮਤਲਬ ਦੇਖੋ ਜ਼ਮੀਨ ਕਿੱਥੇ ਨੀਚੇ ਹੈ ਅਤੇ ਅਸਮਾਨ ਉੱਪਰ ਹੈ, ਇਹਨੂੰ ਮਿਲਾ ਦੇਣਾ, ਇਹ ਕੋਈ ਹੋ ਹੀ ਨਹੀਂ ਸਕਦਾ ਇੱਦਾਂ। ਠੀਕ ਹੈ, ਮਤਲਬ ਜਦ ਬਹੁਤ ਗੱਲਾਂ ਝੂਠੀਆਂ ਬੋਲਦਾ ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ। ਦੇਖੋ ਇਹਦੇ ਵਿੱਚ ਅਰਥ ਦੱਸਿਆ, ਬੇਅੰਤ ਝੂਠੀਆਂ ਗੱਲਾਂ ਆਖਣੀਆਂ, ਜਿਸ ਦਿਨ ਤੋਂ ਤੂੰ ਗੁਰਮੀਤ ਦੇ ਮੂੰਹੋਂ ਉਸਦੇ ਵਿਦੇਸ਼ ਗਏ ਪੁੱਤਰ ਦੀਆਂ ਗੱਲਾਂ ਸੁਣੀਆਂ ਹਨ, ਉਸ ਦਿਨ ਤੋਂ ਤੂੰ ਵਿਦੇਸ਼ ਜਾਣ ਦਾ ਰੌਲਾ ਪਾ ਲਿਆ ਹੈ। ਉਸ ਦੀਆਂ ਗੱਲਾਂ ਸੱਚਾਈ ਤੋਂ ਕੋਹਾਂ ਦੂਰ ਨੇ, ਮਤਲਬ ਕਿ ਉਹਦੀਆਂ ਗੱਲਾਂ ਝੂਠੀਆਂ ਨੇ। ਠੀਕ ਹੈ, ਉਹ ਤਾਂ ਜ਼ਮੀਨ ਅਸਮਾਨ ਦੇ ਕਲਾਵੇ ਮੇਲਣ ਵਿੱਚ ਮਾਹਿਰ ਹੈ, ਮਤਲਬ ਝੂਠ ਬੋਲਣ ਵਿੱਚ ਮਾਹਿਰ ਹੈ, ਪਿਤਾ ਨੇ ਆਪਣੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ। ਠੀਕ ਹੈ ਜੀ, ਅੱਗੇ ਜੀ ਜਿਉਣਾ ਦੁੱਬਰ ਹੋਣਾ। ਜਿਉਣਾ ਦੁੱਬਰ ਹੋਣਾ, ਜਦੋਂ ਬੰਦੇ ਦੇ ਮਤਲਬ ਮੁਸੀਬਤ ਵਾਲੇ ਦਿਨ ਚੱਲਦੇ ਹੋਣ, ਉਦੋਂ ਇਹ ਮੁਹਾਵਰਾ ਵਰਤਿਆ ਜਾਂਦਾ। ਬੜੀ ਔਖ ਨਾਲ ਦਿਨ ਬਿਤਾਉਣੇ, ਦਿਨੋਂ ਦਿਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਦਾ ਜਿਉਣਾ ਦੁੱਬਰ ਹੋ ਰਿਹਾ ਹੈ। ਅੱਗੇ ਹੈ ਜੀ ਜੀਭ 'ਤੇ ਜਿੰਦਰਾ ਲਾਉਣਾ। ਜੀਭ 'ਤੇ ਜਿੰਦਰਾ ਲਾਉਣਾ ਮੁਹਾਵਰਾ ਕਦੋਂ ਵਰਤਿਆ ਜਾਂਦਾ? ਚੁੱਪਚਾਪ ਰਹਿਣਾ। ਠੀਕ ਹੈ, ਖਾਮੋਸ਼ ਰਹਿਣਾ। ਕਮਜ਼ੋਰ ਧਿਰ ਨੂੰ ਜੀਭ 'ਤੇ ਜਿੰਦਰਾ ਲਾ ਕੇ ਤਾਕਤਵਰ ਧਿਰ ਦੇ ਜ਼ੁਲਮ ਸਹਿਣੇ ਨਹੀਂ ਕਰਨੇ ਚਾਹੀਦੇ, ਸਗੋਂ ਇਹਨਾਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਠੀਕ ਹੈ ਜੀ, ਇਹ ਮੁਹਾਵਰਾ ਆ, ਇਹਨੂੰ ਚੰਗੀ ਤਰ੍ਹਾਂ ਸਮਝ ਲੈਣਾ ਤੁਸੀਂ। ਅੱਗੇ ਹੈ ਜੀ ਜਵਾਨ ਪੂਰੀ ਕਰਨਾ। ਜਵਾਨ ਪੂਰੀ ਕਰਨਾ ਮਤਲਬ ਆਪਣਾ ਵਚਨ ਪੂਰਾ ਕਰਨਾ, ਕਹੀ ਗੱਲ ਨੂੰ ਪੁਗਾਉਣਾ। ਗੁਰਨੂਰ ਨੇ 10ਵੀਂ ਦੀ ਸ਼੍ਰੇਣੀ ਦੀ ਮੈਰਿਟ ਸੂਚੀ ਵਿੱਚ ਵਧੀਆ ਸਥਾਨ ਪ੍ਰਾਪਤ ਕਰ ਲਿਆ, ਹੁਣ ਤੁਸੀਂ ਵੀ ਆਪਣੀ ਜਵਾਨ ਪੂਰੀ ਕਰੋ, ਆਪਣੀ ਧੀ ਨੂੰ ਕੰਪਿਊਟਰ ਲੈ ਦਿਓ। ਗੁਰਨੂਰ ਦੇ ਮਾਤਾ ਜੀ ਨੇ ਉਸਦੇ ਪਿਤਾ ਜੀ ਨੂੰ ਕਿਹਾ। ਠੀਕ ਹੈ, ਕਿ ਆਪਣੀ ਜਵਾਨ ਨੂੰ ਪੂਰਾ ਕਰੋ, ਜਿਹੜਾ ਤੁਸੀਂ ਵਚਨ ਕੀਤਾ ਸੀ ਜਾਂ ਆਪਣੀ ਜਿਹੜੀ ਕਹੀ ਗੱਲ ਸੀ ਉਹਨੂੰ ਨਿਭਾਓ। ਠੀਕ ਹੈ ਜੀ, ਅੱਗੇ ਜੀ ਝਾਂਸੇ ਵਿੱਚ ਆਉਣਾ, ਮਤਲਬ ਕਿਸੇ ਲਾਲਚ ਵਿੱਚ ਆਉਣਾ। ਠੀਕ ਹੈ ਜੀ, ਕਿਸੇ ਦੇ ਦਿੱਤੇ ਲਾਲਚ ਜਾਂ ਗੱਲ ਵਿੱਚ ਫਸ ਜਾਣਾ। ਅਮਨ, ਜੇ ਤੂੰ ਵਿਦੇਸ਼ ਜਾਣਾ ਹੀ ਹੈ ਤਾਂ ਸਹੀ ਢੰਗ ਨਾਲ ਜਾਣ ਦਾ ਯਤਨ ਕਰ, ਐਵੇਂ ਨਾ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਕਿਤੇ ਆਪਣੇ ਪੱਲੇ ਦੀ ਪੂੰਜੀ ਨੂੰ ਵੀ ਗਵਾ ਬੈਠੀ, ਅਮਨ ਨੂੰ ਉਸਦੇ ਅਧਿਆਪਕ ਨੇ ਸਮਝਾਇਆ। ਠੀਕ ਹੈ ਜੀ, ਸਮਝ ਲੈਣਾ ਇਹਨੂੰ ਤੁਸੀਂ ਚੰਗੀ ਤਰੀਕੇ ਨਾਲ, ਸਮਝ ਗਏ ਹੋਵੋਗੇ, ਵੈਸੇ ਇਹਦੇ 'ਚ ਕੋਈ ਔਖੀ ਚੀਜ਼ ਨਹੀਂ। ਅੱਗੇ ਹੈ ਜੀ ਝੋਲੀ ਚੁੱਕਣੀ। ਝੋਲੀ ਚੁੱਕਣੀ ਆ ਕਿ ਖੁਸ਼ਾਮਦ ਕਰਨੀ, ਮਤਲਬ ਝੂਠੀ ਤਾਰੀਫ ਕਰਨੀ। ਠੀਕ ਹੈ ਜੀ, ਜਾਗਦੀ ਜ਼ਮੀਰ ਵਾਲਾ ਮਨੁੱਖ ਕਦੇ ਵੀ ਕਿਸੇ ਦੀ ਝੋਲੀ ਚੁੱਕਣੀ ਪਸੰਦ ਨਹੀਂ ਕਰਦਾ। ਠੀਕ ਹੈ ਜੀ, ਝੂਠੀ ਖੁਸ਼ਾਮਦ ਨਹੀਂ ਕਰਦਾ। ਠੀਕ ਹੈ ਜੀ, ਅੱਗੇ ਹੈ ਜੀ ਟਸ ਤੋਂ ਮਸ ਨਾ ਹੋਣਾ, ਮਤਲਬ ਰਤਾ ਪਰਵਾਹ ਨਹੀਂ ਕਰਨੀ। ਜਿਹੜਾ ਢੀਠ ਬੰਦਾ ਹੁੰਦਾ ਉਹ ਟਸ ਤੋਂ ਮਸ ਨਹੀਂ ਨਾ ਹੁੰਦਾ, ਜਿੱਦਾਂ ਇੱਥੇ ਵੀ ਵਰਤ ਸਕਦੇ ਹਾਂ, ਪਰ ਇੱਕ ਹੁੰਦਾ ਜੀ ਮਤਲਬ ਅਣਖੀ ਬੰਦੇ ਆ ਜਿਹੜੇ, ਉਹ ਵੀ ਕਦੇ ਟਸ ਤੋਂ ਮਸ ਨਹੀਂ ਹੁੰਦੇ। ਠੀਕ ਹੈ ਜੀ, ਇੱਥੇ ਜਿੱਦਾਂ ਇਹਨਾਂ ਨੇ ਦੱਸਿਆ ਹੋਇਆ ਕਿ ਸਰਹੰਦ ਦੇ ਨਵਾਬ ਨੇ ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਦਿੱਤੇ, ਉਹ ਆਪਣਾ ਧਰਮ ਤਿਆਗ ਕੇ ਇਸਲਾਮ ਧਰਮ ਗ੍ਰਹਿਣ ਕਰ ਲੈਣ, ਪਰ ਉਹ ਟਸ ਤੋਂ ਮਸ ਨਾ ਹੋਏ, ਕਿਉਂਕਿ ਉਹ ਅਣਖੀ ਸੀਗੇ। ਠੀਕ ਹੈ ਜੀ, ਉਹ ਆਪਣੇ ਧਰਮ 'ਤੇ ਅੜੇ ਰਹੇ ਅਤੇ ਉਹਨਾਂ ਨੇ ਉਹਦੀ ਰਤਾ ਪਰਵਾਹ ਨਹੀਂ ਕੀਤੀ ਅਤੇ ਆਪਣਾ ਟਸ ਤੋਂ ਮਸ ਨਾ ਹੋ ਕੇ ਦ੍ਰਿੜ ਇਰਾਦੇ ਨਾਲ ਸਿੱਖ ਧਰਮ ਦੇ ਵਿੱਚ ਹੀ ਬਣੇ ਰਹੇ। ਠੀਕ ਹੈ ਜੀ, ਅੱਗੇ ਹੈ ਜੀ ਟਕੇ ਵਰਗਾ ਜਵਾਬ ਦੇਣਾ। ਇਹਦਾ ਮਤਲਬ ਹੈ ਜੀ ਕੂਰਾ ਜਵਾਬ ਦੇ ਦੇਣਾ। ਠੀਕ ਹੈ ਜੀ, ਇਹ ਹੈ ਜੀ ਅੱਜ ਸਵੇਰੇ ਖਾਣਾ ਬਣਾਉਂਦਿਆਂ ਅਚਾਨਕ ਗੈਸ ਖਤਮ ਹੋ ਗਈ, ਮੈਂ ਆਪਣੀ ਗਵਾਂਢਣ ਤੋਂ ਗੈਸ ਸਿਲੰਡਰ ਮੰਗਣ ਗਈ ਤਾਂ ਉਸਨੇ ਟਕੇ ਦਾ ਜਵਾਬ ਦੇ ਦਿੱਤਾ, ਮਤਲਬ ਕੀ ਹੈ ਕਿ ਸਿੱਧਾ ਕੂਰਾ ਜਵਾਬ ਦੇ ਦਿੱਤਾ। ਠੀਕ ਹੈ ਜੀ, ਅੱਗੇ ਹੈ ਜੀ 54
ਠੰਡੇ ਦੁੱਧ ਨੂੰ ਫੂਕਾਂ ਮਾਰਨੀਆਂ। ਦੇਖੋ ਗਰਮ ਦੁੱਧ ਦੇ ਵਿੱਚ ਫੂਕਾਂ ਮਾਰੀਆਂ ਜਾਂਦੀਆਂ, ਹੁਣ ਇੱਥੇ ਲਿਖਿਆ ਠੰਡੇ ਦੁੱਧ 'ਚ ਫੂਕਾਂ ਮਾਰਨੀਆਂ। ਦੇਖੋ ਮੁਹਾਵਰੇ ਇਹੀ ਹੈ, ਤੁਹਾਡੀ ਨੌਲੇਜ ਵਿੱਚ ਇੱਦਾਂ ਹੀ ਵਾਧਾ ਹੁੰਦਾ ਕਿ ਗੱਲ ਨੂੰ ਵਿਅੰਗ ਨਾਲ ਕਹਿੰਦੇ ਇਹਦੇ ਵਿੱਚ, ਠੀਕ ਹੈ ਜੀ। ਇਹ ਹੈ ਜੀ ਬਹੁਤ ਸੋਹਲ ਹੋਣਾ ਜਾਂ ਨਖਰੇ ਕਰਨੇ। ਜਿਹੜਾ ਬੰਦਾ ਦੇਖੋ ਹੁਣ ਦੁੱਧ ਠੰਡਾ ਵੀ ਤਾਂ ਵੀ ਫੂਕਾਂ ਮਾਰੀਆਂ ਨੇ, ਮਤਲਬ ਨਖਰੇ ਕਰ ਰਿਹਾ ਜਾਂ ਆਪਣੇ ਆਪ ਨੂੰ ਬਹੁਤ ਸੋਹਲ ਆ, ਉਹ ਮਾੜਾ ਬੋਡੀ ਦਾ ਬਹੁਤ ਹੀ ਜ਼ਿਆਦਾ ਸੋਹਲ ਹੈ, ਨਰਮ ਜਿਹਾ, ਠੀਕ ਹੈ। ਹਰਜੋਤ ਨੂੰ ਬਹੁਤ ਮੁਸ਼ਕਿਲ ਨਾਲ ਸਰਕਾਰੀ ਨੌਕਰੀ ਮਿਲੀ ਹੈ, ਪਰ ਨੌਕਰੀ ਘਰ ਤੋਂ ਦੂਰ ਹੋਣ ਕਾਰਨ ਉਹ ਜਾਣਾ ਨਹੀਂ ਚਾਹੁੰਦਾ। ਉਸਦੇ ਪਿਤਾ ਜੀ ਨੇ ਕਿਹਾ, ਹਰਜੋਤ ਤੂੰ ਕਿਉਂ ਠੰਡੇ ਦੁੱਧ ਨੂੰ ਫੂਕਾਂ ਮਾਰਦਾ ਹੈ, ਇੱਕ ਵਾਰ ਹਾਜ਼ਰ ਹੋ ਜਾ, ਫਿਰ ਘਰ ਦੇ ਨੇੜੇ ਦੀ ਬਦਲੀ ਹੋ ਜਾਵੇਗੀ, ਠੀਕ ਹੈ ਜੀ। ਅੱਗੇ ਹੈ ਜੀ ਡਾਂਡਾ ਨਿਕਲ ਜਾਣੀਆਂ। ਡਾਂਡਾ ਨਿਕਲ ਜਾਣੀਆਂ ਦਾ ਕੀ ਆ, ਆਪ ਮੁਹਾਰੇ ਉੱਚੀ ਉੱਚੀ ਰੋਣਾ। ਜਦੋਂ ਸੁਮਨ ਨੇ ਸੜਕ ਦੁਰਘਟਨਾ ਵਿੱਚ ਆਪਣੇ ਮਾਤਾ ਜੀ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਦੀਆਂ ਡਾਂਡਾਂ ਨਿਕਲ ਗਈਆਂ, ਮਤਲਬ ਉੱਚੀ ਉੱਚੀ ਉਹ ਆਪ ਮੁਹਾਰੇ ਰੋਣ ਲੱਗ ਗਈ। ਠੀਕ ਹੈ ਜੀ, ਇਹ ਤੁਹਾਡੇ ਅੱਜ ਮੁਹਾਵਰੇ ਕੰਪਲੀਟ ਹੋ ਗਿਆ। ਉਮੀਦ ਹੈ ਕਿ ਤੁਹਾਨੂੰ ਸਮਝ ਆਏ ਹੋਣਗੇ। ਠੀਕ ਹੈ, ਧੰਨਵਾਦ ਬੇਟਾ ਜੀ, ਓਕੇ।